ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਕਰਨ ਜਾ ਰਹੇ ਹਾਂ ਚੈਪਟਰ 2 ਜੋ ਕਿ ਪੋਇਮ ਸੀ, ਉਸ ਦੀ ਐਕਟੀਵਿਟੀ 2। ਚਲੋ ਪੜ੍ਹਨਾ ਸ਼ੁਰੂ ਕਰਦੇ ਹਾਂ। ਗਿਵਨ ਬਿਲੋ ਇਜ਼ ਅ ਟੇਬਲ। ਨੀਚੇ ਇੱਕ ਟੇਬਲ ਦਿੱਤਾ ਹੋਇਆ ਹੈ ਇਨ ਵਿਚ ਯੂ ਵਿਲ ਫਾਈਂਡ ਵਨ ਵਰਡ ਫॉर ਅ ਸਟੇਟਮੈਂਟ, ਜਿਹਦੇ ਵਿੱਚ ਤੁਸੀਂ ਇੱਕ ਵਰਡ ਦੇਖੋਗੇ ਇੱਕ ਪੂਰੀ ਲਾਈਨ ਵਾਸਤੇ ਜੋ ਲਿਖਿਆ ਹੋਇਆ ਹੈ, ਔਰ ਗਰੁੱਪ ਆਫ ਵਰਡਸ ਫਰੇਜ਼ਸ, ਜਾਂ ਉਹ ਵਰਡ ਗਰੁੱਪ ਆਫ ਵਰਡਸ ਵਾਸਤੇ ਲਿਖਿਆ ਹੋਇਆ ਜਾਂ ਫਰੇਜ਼ਸ ਵਾਸਤੇ। ਫਰੇਜ਼ਸ ਦਾ ਮਤਲਬ ਹੁੰਦਾ ਕੁਝ ਸ਼ਬਦਾਂ ਦਾ ਸਮੂਹ। ਵੀ ਸਬਸਟੀਟਿਊਟ ਅ ਗਰੁੱਪ ਆਫ ਵਰਡ। ਸਬਸਟੀਟਿਊਟ ਹੁੰਦਾ ਕਿਸੇ ਦੀ ਜਗ੍ਹਾ ਤੇ ਕੋਈ ਹੋਰ, ਠੀਕ ਹੈ। ਸੋ ਇੱਥੇ ਕੀ ਕਿਹਾ? ਵੀ ਸਬਸਟੀਟਿਊਟ ਅ ਗਰੁੱਪ ਆਫ ਵਰਡਸ ਵਿਦ ਓਨਲੀ ਵਨ ਵਰਡ। ਅਸੀਂ ਕਈ ਸ਼ਬਦਾਂ ਦੀ ਜਗ੍ਹਾ ਇੱਕ ਸ਼ਬਦ ਨੂੰ ਸਬਸਟੀਟਿਊਟ ਕਰ ਦਿੰਦੇ ਹਾਂ, ਉਹਦੀ ਜਗ੍ਹਾ ਰੱਖ ਦਿੰਦੇ ਹਾਂ। ਐਂਡ ਦੈਟ ਇਜ਼ ਵਾਈ ਇਟ ਇਜ਼ ਕਾਲਡ ਵਨ ਵਰਡ ਸਬਸਟੀਟਿਊਸ਼ਨ। ਇਸੇ ਕਰਕੇ ਇੰਗਲਿਸ਼ ਵਿੱਚ ਇਸ ਨੂੰ ਕਿਹਾ ਜਾਂਦਾ ਹੈ ਵਨ ਵਰਡ ਸਬਸਟੀਟਿਊਸ਼ਨ। ਦ ਟੇਬਲ ਹੈਜ਼ 20 ਐਂਟਰੀਜ਼। ਇਸ ਟੇਬਲ ਦੇ ਵਿੱਚ 20 ਐਂਟਰੀਜ਼ ਦਿੱਤੀਆਂ ਹੋਈਆਂ ਹਨ, ਭਾਵ 20 ਸਟੇਟਮੈਂਟਸ ਹਨ। ਯੂ ਵਿਲ ਵਰਕ ਇਨ ਪੇਅਰਸ ਟੂ ਰੀਡ ਐਂਡ ਅੰਡਰਸਟੈਂਡ 10 ਵਰਡਸ ਈਚ। ਤੁਸੀਂ ਜੋੜੇ ਬਣਾ ਕੇ ਪੜ੍ਹੋਗੇ ਅਤੇ ਸਮਝੋਗੇ ਕਿੰਨੇ ਵਰਡਸ? 10 ਵਰਡਸ ਈਚ, ਭਾਵ 10-10 ਵਰਡਸ ਤੁਸੀਂ ਦੋਨੋਂ ਜਣੇ ਸਮਝੋਗੇ। ਆਫਟਰ ਯੂ ਹੈਵ ਅੰਡਰਸਟੂਡ ਥੀਸ 10 ਵਰਡਸ, ਤੇ ਜਦੋਂ ਤੁਹਾਨੂੰ ਇਹ 10 ਵਰਡਸ ਸਮਝ ਆ ਗਏ, ਯੂ ਵਿਲ ਡਿਸਕਸ them with your partner। ਤਾਂ ਇਹਨਾਂ 10 ਵਰਡਸ ਨੂੰ ਤੁਸੀਂ ਆਪਣੇ ਪਾਰਟਨਰ ਦੇ ਨਾਲ ਡਿਸਕਸ ਕਰੋਗੇ, ਠੀਕ। ਪਰ ਹੁਣ ਕਿਉਂਕਿ ਤੁਸੀਂ ਮੇਰੇ ਕੋਲ ਨਹੀਂ ਬੈਠੇ, ਇਸ ਕਰਕੇ ਤੁਹਾਡੇ ਵਾਲੇ ਵਰਡਸ ਵੀ ਮੈਂ ਪੜ੍ਹ ਦੇਣਾ। ਲੈਟਸ ਸਟਾਰਟ। ਸੋ ਫਸਟ ਸਟੇਟਮੈਂਟ ਕੀ ਹੈ? ਅ ਡਿਜ਼ੀਜ਼ ਦੈਟ ਅਫੈਕਟਸ ਅ ਲਾਰਜ ਨੰਬਰ ਆਫ ਪੀਪਲ ਇਨ ਐਨ ਏਰੀਆ ਐਟ ਦ ਸੇਮ ਟਾਈਮ। ਕਿ ਇੱਕ ਇਹੋ ਜਿਹਾ ਡਿਜ਼ੀਜ਼, ਭਾਵ ਇਹੋ ਜਿਹਾ ਰੋਗ ਜਿਹੜਾ ਕਿ ਇੱਕੋ ਵੇਲੇ ਬਹੁਤ ਸਾਰੇ ਲੋਕਾਂ ਨੂੰ ਇੱਕ ਏਰੀਏ ਦੇ ਵਿੱਚ ਪ੍ਰਭਾਵਿਤ ਕਰੇ, ਭਾਵ ਇੱਕ ਰੋਗ ਬਹੁਤ ਸਾਰਿਆਂ ਨੂੰ ਲੱਗ ਜਾਵੇ, ਉਹਨੂੰ ਆਪਾਂ ਕੀ ਕਹਾਂਗੇ? ਐਪੀਡੈਮਿਕ। ਜਿਸ ਤਰ੍ਹਾਂ ਪਲੇਗ ਹੈ, ਠੀਕ ਹੈ, ਹੈਜ਼ਾ ਹੈ, ਮਹਾਮਾਰੀਆਂ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ, ਇੱਕ ਖਾਸ ਏਰੀਏ ਵਿੱਚ ਫੈਲਦੀਆਂ ਹਨ, ਉਹਨੂੰ ਆਪਾਂ ਕਹਿੰਦੇ ਹਾਂ ਐਪੀਡੈਮਿਕ। ਤੇ ਜੇ ਕੋਈ ਰੋਗ, if any disease affects a large number of people throughout the world, ਕਿ ਜੇ ਕੋਈ ਡਿਜ਼ੀਜ਼ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰੇ ਤੇ ਪੂਰੇ ਵਿਸ਼ਵ ਵਿੱਚ ਪ੍ਰਭਾਵਿਤ ਕਰੇ, ਉਹਨੂੰ ਆਪਾਂ ਕਹਾਂਗੇ ਪੈਂਡੈਮਿਕ, ਓਕੇ, ਜਿੱਦਾਂ ਕਰੋਨਾ। ਸੈਕਿੰਡ, ਅ ਬੋਡੀ ਆਫ ਪਰਸਨਸ। ਇੱਥੇ ਬੋਡੀ ਦਾ ਮਤਲਬ ਹੈ ਇੱਕ ਕਮੇਟੀ, ਇੱਕ ਸਮੂਹ, ਠੀਕ ਹੈ। ਕਿ ਜੇ ਇਹੋ ਜਿਹਾ ਕੋਈ ਸੰਘ ਬਣਾਇਆ ਜਾਵੇ, ਇੱਕ ਬੋਡੀ ਬਣਾਈ ਜਾਵੇ ਜਿਹਦੇ 'ਚ ਵਿਅਕਤੀ ਹੋਣ, ਉਹ ਕਾਹਦੇ ਵਾਸਤੇ ਹੋਣ? ਅਪੁਆਇੰਟਡ। ਉੱਥੇ ਅਪੁਆਇੰਟ ਕੀਤੇ ਗਏ ਹੋਣ, ਨਿਰਧਾਰਿਤ ਕੀਤੇ ਗਏ ਹੋਣ, ਕਿਸ ਵਾਸਤੇ? ਟੂ ਹੀਅਰ, ਸੁਣਨ ਵਾਸਤੇ। ਐਵੀਡੈਂਸ ਯਾਨੀ ਸਬੂਤਾਂ ਨੂੰ ਸੁਣਨ ਵਾਸਤੇ, ਔਰ ਜੱਜ ਜਾਂ ਆਪਣਾ ਨਿਆਂ ਦੇਣ ਵਾਸਤੇ। ਐਂਡ ਗਿਵ ਦੇਅਰ ਵਰਡਿਕਟ, ਅਤੇ ਜਿਹੜੇ ਆਪਣਾ ਬਾਅਦ ਚੋਂ ਡਿਸੀਜ਼ਨ ਦੇਣ, ਵੀ ਸਾਡਾ ਡਿਸੀਜ਼ਨ ਇਹ ਆ, ਅਸੀਂ ਗਵਾਹਾਂ ਨੂੰ ਸੁਣ ਕੇ ਇਹ ਡਿਸੀਜ਼ਨ ਦਿੰਦੇ ਆ। ਤਾਂ ਉਸ ਸਮੂਹ ਨੂੰ ਆਪਾਂ ਕਵਾਂਗੇ ਜਿਊਰੀ, ਠੀਕ ਹੈ। ਥਰਡ, ਅ ਗੇਮ ਇਨ ਵਿਚ ਨੋ ਵਨ ਵਿਨਸ। ਇਹੋ ਜਿਹੀ ਗੇਮ ਜਿਹਦੇ ਵਿੱਚ ਕੋਈ ਜਿੱਤਦਾ ਨਹੀਂ, ਡਰਾ, ਹੈ ਨਾ, ਬਰਾਬਰ ਹੋ ਗਈ। ਫੋਰਥ, ਅ ਲਿਸਟ ਆਫ ਬੁੱਕਸ ਅਵੇਲੇਬਲ ਇਨ ਅ ਲਾਇਬ੍ਰੇਰੀ। ਲਾਇਬ੍ਰੇਰੀ ਤੇ ਬੁੱਕਸ ਦੀ ਇੱਕ ਲਿਸਟ, ਉਹਨੂੰ ਆਪਾਂ ਕੀ ਕਹਾਂਗੇ? ਕੈਟਾਲੌਗ, ਠੀਕ ਹੈ, ਸੂਚੀ। ਫਿਫਥ, ਅ ਮੈਨ ਹੂ ਡਜ਼ ਨੋਟ ਨੋ ਹਾਊ ਟੂ ਰੀਡ ਔਰ ਰਾਈਟ। ਇੱਕ ਵਿਅਕਤੀ ਜਿਸ ਨੂੰ ਨਹੀਂ ਪਤਾ ਕਿ ਕਿੱਦਾਂ ਪੜ੍ਹਨਾ ਹੈ, ਲਿਖਣਾ ਹੈ। ਇਲਿਟਰੇਟ, ਠੀਕ ਹੈ, ਅਨਪੜ੍ਹ। ਸਿਕਸਥ, ਐਨ ਆਥਰਸ ਹੈਂਡ ਰਿਟਨ। ਇੱਕ ਲੇਖਕ ਦੀ ਆਪਣੇ ਹੱਥ ਨਾਲ ਲਿਖੀ ਹੋਈ ਔਰ ਟਾਈਪਡ ਟੈਕਸਟ, ਜਾਂ ਉਸਨੇ ਉਹ ਟੈਕਸਟ, ਭਾਵ ਉਹ ਸ਼ਬਦ ਕਿਤੋਂ ਟਾਈਪ ਕਰਾਏ ਹੋਣ। ਹੈਜ਼ ਨੋਟ ਯੈਟ ਬੀਨ ਪਬਲਿਸ਼ਡ, ਜਿਹੜੀ ਕਿ ਹਜੇ ਪਬਲਿਸ਼ ਨਾ ਹੋਈ ਹੋਵੇ, ਸਿਰਫ ਉਹਦੇ ਕੋਲ ਹੀ ਹੋਵੇ, ਉਹਨੂੰ ਆਪਾਂ ਕਹਾਂਗੇ ਮੈਨੂਸਕ੍ਰਿਪਟ। ਮੈਨੂਸਕ੍ਰਿਪਟ ਹੁੰਦਾ ਹੱਥ ਲਿਖਤ। ਸੈਵਨਥ, ਸਮਥਿੰਗ ਰਿਟਨ ਬਾਏ ਐਨ ਅਨਨੋਨ ਪਰਸਨ। ਇਹੋ ਜਿਹੀ ਰਚਨਾ ਜਿਹੜੀ ਕਿ ਇੱਕ ਅਣਪਛਾਤੇ ਦੁਆਰਾ ਲਿਖੀ ਗਈ ਹੋਵੇ, ਉਹਨੂੰ ਆਪਾਂ ਕਹਾਂਗੇ ਅਨੋਨਿਮਸ, ਅਗਿਆਤ। Eighth, a person who can speak many languages। ਇੱਕ ਵਿਅਕਤੀ ਜਿਹੜਾ ਬਹੁਤ ਸਾਰੀਆਂ ਭਾਸ਼ਾਵਾਂ ਨੂੰ ਬੋਲ ਸਕਦਾ ਹੈ, polyglot। Ninth, a person who does not take alcoholic drinks। ਇੱਕ ਵਿਅਕਤੀ ਜਿਹੜਾ ਕਿ ਸ਼ਰਾਬ ਨਹੀਂ ਪੀਂਦਾ, ਉਹਨੂੰ ਆਪਾਂ ਕਹਾਂਗੇ teetotaler। Tenth, a person interested in reading books and doing nothing else। ਇੱਕ ਵਿਅਕਤੀ ਜਿਹੜਾ ਸਾਰਾ ਦਿਨ ਕਿਤਾਬਾਂ ਪੜ੍ਹਦਾ, ਹੋਰ ਕੁਝ ਨਹੀਂ ਕਰਦਾ, bookworm, ਕਿਤਾਬੀ ਕੀੜਾ। A person who travels to a sacred place। ਇੱਕ ਵਿਅਕਤੀ ਜੋ ਕਿ ਤੀਰਥ ਯਾਤਰਾ ਕਰਦਾ ਹੈ
ਐਜ਼ ਐਨ ਐਕਟ ਆਫ ਰਿਲੀਜੀਅਸ ਡਿਵੋਸ਼ਨ, ਆਪਣੇ ਇੱਕ ਧਾਰਮਿਕ ਕੰਮ ਵਜੋਂ। ਉਹਨੂੰ ਕੀ ਕਹਾਂਗੇ? ਪਿਲਗ੍ਰਿਮ ਯਾਨੀ ਤੀਰਥ ਯਾਤਰੀ। 12th, a woman whose husband is dead, ਇੱਕ ਔਰਤ ਜਿਸ ਦਾ ਪਤੀ ਮਰ ਗਿਆ ਹੈ। widow ਯਾਨੀ ਵਿਧਵਾ। a thing likely to be broken easily, ਇੱਕ ਇਹੋ ਜਿਹੀ ਵਸਤੂ ਜਿਹੜੀ ਕਿ ਬਹੁਤ ਆਸਾਨੀ ਦੇ ਨਾਲ ਟੁੱਟ ਸਕਦੀ ਹੈ, ਉਹਨੂੰ ਆਪਾਂ ਕਹਾਂਗੇ brittle। 14th, one who practices one of the fine arts, ਇੱਕ ਵਿਅਕਤੀ ਜੋ ਕਿਸੇ ਕਲਾ ਦੀ ਪ੍ਰੈਕਟਿਸ ਕਰਦਾ ਹੈ। artist, a person who eats too much, ਇੱਕ ਵਿਅਕਤੀ ਜੋ ਬਹੁਤ ਖਾਂਦਾ ਹੈ। glutton। 16th, a place where clothes are kept, ਇਹੋ ਜਿਹੀ ਜਗ੍ਹਾ ਜਿੱਥੇ ਕਿ ਕੱਪੜੇ ਰੱਖੇ ਜਾਂਦੇ ਹਨ। wardrobe, ਅਲਮਾਰੀ। one who loves or supports one's country and is willing to defend it, ਕੋਈ ਵਿਅਕਤੀ ਜੋ ਕਿ ਆਪਣੀ ਕੰਟਰੀ ਨੂੰ ਪਿਆਰ ਕਰਦਾ ਹੈ, ਉਸ ਦਾ ਸਾਥ ਦਿੰਦਾ ਹੈ ਤੇ ਉਸ ਨੂੰ ਬਚਾਉਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ। patriot, patriot ਹੁੰਦਾ ਦੇਸ਼ ਭਗਤ। next, one who is unable to pay one's debt, ਕਿ ਕੋਈ ਵਿਅਕਤੀ ਜੋ ਕਿ ਆਪਣਾ ਕਰਜ਼ਾ ਅਦਾ ਕਰਨ ਵਿੱਚ unable ਹੋਵੇ, ਅਯੋਗ ਹੋਵੇ। bankrupt। 19th, something that can be heard, ਕੋਈ ਵੀ ਇਹੋ ਜਿਹੀ ਸਾਊਂਡ ਜੋ ਕਿ ਸੁਣੀ ਜਾ ਸਕਦੀ ਹੋਵੇ। audible। 20th, the art of beautiful handwriting, ਕਿ ਇੱਕ ਬਹੁਤ ਸੋਹਣੀ ਲਿਖਾਈ ਲਿਖਣ ਦੀ ਕਲਾ। calligraphy। next, activity 3rd, choose any 10 words from the table above and write their meaningful sentences in your notebook। ਸੋ ਇਹਨਾਂ ਵਿੱਚੋਂ ਤੁਸੀਂ ਕੋਈ ਵੀ 10 words ਚੁਣ ਲੈਣੇ ਹਨ ਤੇ ਉਹਨਾਂ ਦੇ meaningful sentences ਤੁਸੀਂ ਬਣਾਉਣੇ ਹਨ। ਕਿਸ ਜਗ੍ਹਾ ਤੇ? ਆਪਣੀ ਨੋਟਬੁੱਕ ਤੇ। ਸੋ ਇਹ sentences ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ। Now, activity 4th. Read the poem carefully and answer the following questions. First question, who is you in the first line? कि जो poem ਦੀ first line है ਉਹਦੇ ਵਿੱਚ ਇੱਕ word ਆਇਆ ਹੈ you, ਉਸ ਦਾ ਮਤਲਬ ਕੀ ਹੈ? Who is you? So ਉੱਥੇ you ਦਾ ਮਤਲਬ ਹੈ human beings। So ਇਹਦਾ ਜਵਾਬ ਅਸੀਂ ਲਿਖਾਂਗੇ human beings, ਭਾਵ ਸਾਰੇ ਮਨੁੱਖਾਂ ਨੂੰ ਕਹਿ ਰਿਹਾ ਹੈ। Second, what does the earth want from human beings? earth human beings ਤੋਂ ਕੀ ਚਾਹੁੰਦੀ ਹੈ? ਮਨੁੱਖਾਂ ਤੋਂ ਕੀ ਚਾਹੁੰਦੀ ਹੈ ਕਿ ਉਹ ਕੀ ਕਰਨ? ਸੋ ਅਰਥ ਚਾਹੁੰਦੀ ਸੀ ਕਿ ਤੁਸੀਂ ਆਪਣੇ ਤੌਰ ਤਰੀਕੇ ਬਦਲੋ। the earth wants from human beings to change their ways। Third, what difference can you and I make to save the earth? ਕਿ ਅਸੀਂ ਸਾਰੇ ਮਿਲ ਕੇ ਇਹੋ ਜਿਹਾ ਕੀ ਬਦਲਾਵ ਕਰ ਸਕਦੇ ਹਾਂ ਜਿਹਦੇ ਨਾਲ ਧਰਤੀ ਬਚੇ। ਸੋ ਉਹ ਸੀ ਕਿ ਅਸੀਂ ਸਿੰਗਲ ਯੂਜ਼ ਪਲਾਸਟਿਕ ਨੂੰ ਕੱਟ ਡਾਊਨ ਕਰ ਸਕਦੇ ਹਾਂ। ਠੀਕ ਹੈ, ਯੂ ਐਂਡ ਆਈ ਕੈਨ ਕੱਟ ਡਾਊਨ the uses of single use plastic। uses ਹੁੰਦਾ ਵਰਤੋਂ ਤੇ ਕੱਟ ਡਾਊਨ ਹੁੰਦਾ ਕਟੌਤੀ ਕਰਨੀ, ਘਟਾਣਾ। Fourth, what are some single use plastic things that we buy and use? ਕਿ ਕਿਹੜੀਆਂ ਸਿੰਗਲ ਯੂਜ਼ ਪਲਾਸਟਿਕ ਦੀਆਂ ਚੀਜ਼ਾਂ ਹਨ ਜਿਹੜੀਆਂ ਅਸੀਂ ਖਰੀਦਦੇ ਹਾਂ ਅਤੇ ਵਰਤਦੇ ਹਾਂ? ਸੋ ਆਪਾਂ ਪਹਿਲਾਂ ਵੀ ਇਹਦਾ ਜ਼ਿਕਰ ਕੀਤਾ ਸੀ। ਸੋ ਦਾ ਜਵਾਬ ਹੋਏਗਾ these are grocery bags, food packaging, bottles, straws, containers, cups and cutlery। ਸੋ ਕਟਲਰੀ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਜਿੱਦਾਂ ਕੱਪ ਹੋ ਗਏ, ਪਲੇਟਸ ਹੋ ਗਈਆਂ। ਠੀਕ ਹੈ। Fifth, but it's not very clever। What according to the poet is not very clever? Make use of, ਵਰਤੋਂ ਵਿੱਚ ਲੈ ਕੇ ਆਣਾ। ਚੀਪ ਸਿੰਗਲ ਯੂਜ਼ ਪਲਾਸਟਿਕ, ਕਿ ਜਿਹੜੇ ਸਿੰਗਲ ਯੂਜ਼ ਪਲਾਸਟਿਕ ਹੈ ਜਿਨ੍ਹਾਂ ਨੂੰ ਅਸੀਂ ਸਸਤੇ ਸਮਝਦੇ ਹਾਂ ਉਹਨਾਂ ਨੂੰ ਵਰਤੋਂ ਵਿੱਚ ਲੈ ਕੇ ਆਣਾ। ਇਜ਼ ਨੋਟ ਵੈਰੀ ਕਲੈਵਰ, ਇਹ ਸਿਆਣੀ ਗੱਲ ਨਹੀਂ ਹੈ। Sixth, what happens to the single use plastic after it is thrown? Where does it end up? ਜਦੋਂ ਅਸੀਂ ਸਿੰਗਲ ਯੂਜ਼ ਪਲਾਸਟਿਕ ਨੂੰ ਸੁੱਟ ਦਿੰਦੇ ਹਾਂ ਤਾਂ ਇਸ ਨਾਲ ਕੀ ਵਾਪਰਦਾ ਹੈ ਤੇ ਇਸ ਦਾ ਅਖੀਰ ਕਿੱਥੇ ਜਾ ਕੇ ਹੁੰਦਾ ਹੈ? When it is thrown to the ground, it travels around। ਜਦੋਂ ਇਸ ਨੂੰ ਧਰਤੀ 'ਤੇ ਸੁੱਟਿਆ ਜਾਂਦਾ ਹੈ ਤੇ ਇਹ ਆਸ-ਪਾਸ ਹੀ ਘੁੰਮਦਾ ਰਹਿੰਦਾ ਹੈ। It ends up in oceans, rivers and seas। ਇਸ ਦਾ ਅੰਤ ਮਹਾਸਾਗਰਾਂ, ਨਦੀਆਂ ਵਿੱਚ ਅਤੇ ਸਮੁੰਦਰਾਂ ਵਿੱਚ ਜਾ ਕੇ ਹੁੰਦਾ ਹੈ। Seventh, what harm does it do to the oceans, rivers and trees? ਇਹ
ਓਸ਼ਨਸ ਨੂੰ, ਰਿਵਰਸ ਨੂੰ ਅਤੇ ਟਰੀਜ਼ ਨੂੰ ਕੀ ਨੁਕਸਾਨ ਪਹੁੰਚਾਉਂਦਾ ਹੈ? ਸਮੁੰਦਰ ਜਾਂ ਰਿਵਰ ਦੇ ਵਿੱਚ ਜਦੋਂ ਪਲਾਸਟਿਕ ਜਾਂਦਾ ਹੈ ਤਾਂ ਬਹੁਤ ਸਾਰੇ ਮਰੀਨ ਸਪੀਸ਼ੀਜ਼, ਮਰੀਨ ਹੁੰਦਾ ਸਮੁੰਦਰ ਦੇ ਨਾਲ ਸੰਬੰਧਿਤ, ਸਪੀਸ਼ੀਜ਼ ਹੁੰਦਾ ਜੰਤੂ। ਸੋ ਸਮੁੰਦਰ ਦੇ ਜਿਹੜੇ ਜੰਤੂ ਹਨ, ਜੀਵ ਜੰਤੂ ਹਨ, ਭਾਵ ਸੀ ਬਰਡਸ ਹੋ ਗਏ, ਵੇਲਸ, ਫਿਸ਼ਿਸ, ਟਰਟਲਸ, ਇਹ ਇਸ ਨੂੰ ਕਈ ਵਾਰ ਆਪਣੇ ਸ਼ਿਕਾਰ ਦੇ ਤੌਰ ਤੇ ਨਿਗਲ ਜਾਂਦੇ ਹਨ ਅਤੇ ਇਸ ਨੂੰ ਖਾ ਜਾਂਦੇ ਹਨ ਤੇ ਇਸ ਤਰ੍ਹਾਂ ਇਹਨਾਂ ਦੇ ਪੇਟ ਵਿੱਚ ਇਹ ਪਲਾਸਟਿਕ ਕੂੜਾ ਇਕੱਠਾ ਹੋਣ ਕਰਕੇ ਇਹ ਭੁੱਖਮਰੀ ਨਾਲ ਹੀ ਮਰ ਜਾਂਦੇ ਹਨ। ਸੋ ਦਾ ਜਵਾਬ ਤੁਸੀਂ ਲਿਖ ਸਕਦੇ ਹੋ, ਇਟ ਪੋਲਿਊਟਸ ਦ ਓਸ਼ਨਸ ਐਂਡ ਰਿਵਰਸ and it tangles in trees. Next, does it stay where you throw it? Why? Single use plastic ਕੀ ਉੱਥੇ ਹੀ ਰਹਿੰਦਾ ਜਿੱਥੇ ਤੁਸੀਂ ਇਹਨੂੰ ਸੁੱਟਦੇ ਹੋ, ਤੇ ਜੇ ਉੱਥੇ ਨਹੀਂ ਰਹਿੰਦਾ ਤਾਂ why? ਕਿਉਂ ਨਹੀਂ ਰਹਿੰਦਾ? ਸੋ ਦਾ ਜਵਾਬ ਹੋਏਗਾ never, ਕਿ ਉੱਥੇ ਕਦੀ ਵੀ ਨਹੀਂ ਰਹਿੰਦਾ, but it travels around, ਪਰ ਇਹ ਆਸ-ਪਾਸ ਘੁੰਮਦਾ ਰਹਿੰਦਾ ਹੈ। ਤੇ ਕਿਉਂ ਘੁੰਮਦਾ? ਕਿਉਂਕਿ ਹਵਾ ਇਸ ਨੂੰ ਆਪਣੇ ਨਾਲ ਲੈ ਜਾਂਦੀ ਹੈ। The wind carries it, ਹਵਾ ਇਸ ਨੂੰ ਆਪਣੇ ਨਾਲ ਲੈ ਜਾਂਦੀ ਹੈ। 9th, what does the poet want you to cut down? poet ਤੁਹਾਡੇ ਤੋਂ ਕੀ ਚਾਹੁੰਦਾ ਹੈ ਕਿ ਤੁਸੀਂ ਉਸ ਨੂੰ ਕੱਟ ਡਾਊਨ ਕਰੋ, ਭਾਵ ਉਸ 'ਚ ਕਟੌਤੀ ਕਰੋ। ਸੋ ਇਹਦਾ ਜਵਾਬ ਤੁਸੀਂ ਲਿਖ ਸਕਦੇ ਹੋ, the poet wants to cut down the service of single use plastic. Thank you very much for watching this video. ਇਹ ਦੋ ਵੀਡੀਓਜ਼ ਮੈਂ ਤੁਹਾਡੇ ਲਈ ਹੋਰ ਸਿਲੈਕਟ ਕੀਤੀਆਂ, ਉਮੀਦ ਹੈ ਤੁਹਾਨੂੰ ਇਹ ਵੀ ਪਸੰਦ ਆਣਗੀਆਂ। ਨਾਲ ਹੀ ਤੁਹਾਡੇ ਨਾਲ ਸੰਬੰਧਿਤ ਹੈ ਪਲੇਲਿਸਟ ਵੀ ਮੈਂ ਅਟੈਚ ਕਰ ਦਿੱਤੀ ਹੈ। ਉਮੀਦ ਹੈ ਤੁਹਾਨੂੰ ਮੇਰੇ ਵੱਲੋਂ ਕੀਤੀਆਂ ਜਾਣ ਵਾਲੀਆਂ ਇਹ ਐਫਰਟਸ ਜ਼ਰੂਰ ਪਸੰਦ ਆ ਰਹੀਆਂ ਹੋਣਗੀਆਂ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ। ਥੈਂਕ ਯੂ ਵੈਰੀ ਮਚ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।